असली इंसान दी कहानी नॉवल का पहले हिस्से का 18वां अंग। सारसां वांग कतार बनाई 12 जर्मन बंबर हवाई अड्डे के कोलों दी लंघे। सूरज दियां तेज़ किरणां च लोप हो गए जो कि हुण सिर ते आ चुका सी। ਬੱਦਲਾਂ ਦੇ ਪਿੱਛੋਂ ਜਿਨ੍ਹਾਂ ਦੇ ਕਿਨਾਰੇ ਧੁੱਪ ਨਾਲ ਇੰਨੇ ਚੰਧਿਆਉਣ ਵਾਲੇ ਹੋਏ ਹੋਏ ਸਨ, ਉਹਨਾਂ ਵੱਲ ਦੇਖਿਆ ਅੱਖਾਂ ਦੁਖਣ ਲੱਗ ਪੈਂਦੀਆਂ। ਭੌਰਿਆਂ ਦੀ ਭਿਣਕ ਵਰਗੀ ਇੰਜਣਾਂ ਦੀ ਗੁੰਜਾਰ ਸੁਣਾਈ ਦੇ ਰਹੀ ਸੀ। ਜੰਗਲ 'ਚ ਸਵੈਕਾਰ ਹਵਾਮਾਰ ਧੁੱਪਾਂ ਪਹਿਲਾਂ ਨਾਲੋਂ ਵਧੇਰੇ ਕਰੋਧ 'ਚ ਆ ਕੇ ਗਰਜ ਤੇ ਗੁਰਰਾ ਰਹੀਆਂ ਸਨ। ਉਹਨਾਂ ਦੇ ਫਟ ਰਹੇ ਗੋਲਿਆਂ ਦਾ ਧੂੰਆਂ ਆਕਾਸ਼ 'ਚ ਡੈਂਡੇਲੀਅਨ ਦੇ ਲੂੰਹਦਾਰ ਬੀਆਂ ਵਾਂਗ ਤਰ ਰਿਹਾ ਸੀ, ਪਰ ਲੜਾਕਾ ਹਵਾਈ ਜਹਾਜ਼ ਦੇ ਪਰਾਂ ਦੇ ਕਦੀ ਕਦੀ ਪੈਂਦੇ ਲਿਸ਼ਕਾਰੇ ਤੋਂ ਛੁੱਟ ਕੁਝ ਨਹੀਂ ਸੀ ਦਿਖਾਈ ਦੇ ਰਿਹਾ। ਹੁਣ ਵਧੇਰੇ ਭਾਰੀ ਭੌਰਿਆਂ ਦੀ ਭਿਣਕ ਵਿਚਕਾਰ ਕੱਪੜੇ ਪਾੜਨ ਦੀ ਆਵਾਜ਼ ਆ ਰਹੀ ਸੀ। ਰਿਪ ਰਿਪ ਅੱਖਾਂ ਚੰਧਿਆਉਂਦੀਆਂ ਕਿਰਨਾਂ ਵਿਚਕਾਰ ਜ਼ੋਰ ਨਾਲ ਲੜਾਈ ਚੱਲ ਰਹੀ ਸੀ, ਪਰ ਜ਼ਮੀਨ ਤੋਂ ਇਹ ਉਸ ਤੋਂ ਇੰਨੀ ਵੱਖਰੀ ਲੱਗਦੀ ਸੀ ਜਿਸ ਤਰ੍ਹਾਂ ਦੀ ਕਿ ਲੜਾਈ 'ਚ ਸ਼ਾਮਲ ਬੰਦੇ ਦੇਖਦੇ ਹਨ, ਤੇ ਇੰਨੀ ਤੁੱਛ ਤੇ ਗੈਰ ਦਿਲਚਸਪ ਲੱਗਦੀ ਸੀ ਕਿ ਅਲੈਕਸੀ ਬਿਲਕੁਲ ਉਤੇਜਨਾ ਤੋਂ ਬਿਨਾਂ ਹੀ ਦੇਖਦਾ ਰਿਹਾ। ਇੱਥੋਂ ਤੱਕ ਕਿ ਜਦੋਂ ਉੱਪਰੋਂ ਲਗਾਤਾਰ ਉੱਚੀ ਹੁੰਦੀ ਜਾਂਦੀ ਤਿੱਖੀ ਕਰੀਚਵੀਂ ਆਵਾਜ਼ ਸੁਣਾਈ ਦਿੱਤੀ, ਬੜੀ ਤੇਜ਼ੀ ਨਾਲ ਵੱਡੇ ਹੁੰਦੇ ਜਾਂਦੇ ਬੰਬਾਂ ਦੀ ਕਤਾਰ ਬਰਸ਼ ਵਿੱਚੋਂ ਡਿੱਗਦੇ ਕਾਲੇ ਤੁਪਕਿਆਂ ਵਾਂਗ ਹੇਠਾਂ ਨੂੰ ਆਈ, ਤਾਂ ਵੀ ਅਲੈਕਸੀ ਨਾ ਡਰਿਆ, ਤੇ ਇਹ ਦੇਖਣ ਲਈ ਉਹਨੇ ਆਪਣਾ ਸਿਰ ਜ਼ਰਾ ਕੁਝ ਚੁੱਕ ਲਿਆ ਕਿ ਉਹ ਕਿੱਥੇ ਡਿੱਗਦੀ ਹੈ। ਇਸ ਘੜੀ ਰੁੱਤ ਵਿਗਿਆਨਕ ਸਾਰਜੈਂਟ ਦੇ ਵਿਹਾਰ ਨੇ ਅਲੈਕਸੀ ਨੂੰ ਹੈਰਾਨ ਕਰ ਦਿੱਤਾ। ਜਦੋਂ ਬੰਬਾਂ ਦੀ ਚੀਕਵੀਂ ਆਵਾਜ਼ ਸਿਖਰ 'ਤੇ ਪੁੱਜੀ ਤਾਂ ਇਹ ਕੁੜੀ, ਜਿਹੜੀ ਲੱਕ ਤੱਕ ਖਾਈ 'ਚ ਖੜੀ ਸੀ ਤੇ ਹਮੇਸ਼ਾ ਵਾਂਗ ਚੋਰੀ ਉਸ ਵੱਲ ਵੇਖ ਰਹੀ ਸੀ, ਦੌੜਦੀ ਹੋਈ ਸਟ੍ਰੈਚਰ ਵੱਲ ਆਈ, ਜ਼ਮੀਨ ਉੱਤੇ ਡਿੱਗ ਪਈ ਤੇ ਡਰ ਤੇ ਘਬਰਾਹਟ ਨਾਲ ਕੰਬਦੀ ਨੇ ਅਲੈਕਸੀ ਨੂੰ ਆਪਣੇ ਸਰੀਰ ਨਾਲ ਢੱਕ ਲਿਆ। ਘੜੀ ਪਲ ਲਈ ਅਲੈਕਸੀ ਨੂੰ ਖੁਦ ਆਪਣੀਆਂ ਅੱਖਾਂ ਦੇ ਨੇੜੇ ਇੱਕ ਸੰਵਲਾਇਆ ਹੋਇਆ ਬਿਲਕੁਲ ਬਚਕਾਨਾ ਚਿਹਰਾ, ਲਾਲ ਬੁੱਲਾਂ ਤੇ ਚਪਟਾ ਜਿਹਾ ਨੱਕ ਦਿਖਾਈ ਦਿੱਤਾ। ਵਿਸਫੋਟ ਦੀ ਗੂੰਜ ਜੰਗਲ 'ਚ ਕਿਤੋਂ ਆਈ। ਇਹਦੇ ਇੱਕਦਮ ਮਗਰੋਂ ਦੂਜੇ ਤੀਜੇ ਚੌਥੇ ਵਿਸਫੋਟ ਦੀ ਗੂੰਜ ਸੁਣਾਈ ਦਿੱਤੀ। ਪੰਜਵੇਂ ਦੀ ਗੂੰਜ ਇੰਨੀ ਭਿਆਨਕ ਸੀ ਕਿ ਧਰਤੀ ਕੰਬ ਗਈ ਤੇ ਝੂਲਣ ਲੱਗੀ। ਜਿਸ ਦਰਖਤ ਹੇਠ ਅਲੈਕਸੀ ਪਿਆ ਸੀ ਉਹਦੀ ਟੀਸੀ ਬੰਬ ਦੀ ਪੱਚਰ ਨਾਲ ਕੱਟੀ ਹੋਈ ਧੜਮ ਕਰਕੇ ਹੇਠਾਂ ਜ਼ਮੀਨ 'ਤੇ ਆ ਪਈ। ਉਹਨੇ ਫਿਰ ਕੁੜੀ ਦਾ ਪੀਲਾ ਭੈ-ਭੀਤ ਹੋਇਆ ਚਿਹਰਾ ਦੇਖਿਆ ਤੇ ਆਪਣੀ ਗੱਲ ਦੇ ਨਾਲ ਉਹਦੀ ਠੰਡੀ ਗੱਲ ਮਹਿਸੂਸ ਕੀਤੀ, ਤੇ ਬੰਬਾਂ ਦੀਆਂ 2 ਲੜੀਆਂ ਦੇ ਵਿਸਫੋਟਾਂ ਵਿਚਲੇ ਵਕਫੇ ਦੇ ਦੌਰਾਨ ਇਹ ਡਰੀ ਹੋਈ ਕੁੜੀ ਫੁਸਫੁਸਾਉਂਦੀ ਬੋਲ ਰਹੀ ਸੀ, ਪਿਆਰੇ। ਬੰਬਾਂ ਦੀ ਇੱਕ ਹੋਰ ਲੜੀ ਨੇ ਭਿਆਨਕ ਗਰਜ ਨਾਲ ਧਰਤੀ ਹਿਲਾ ਦਿੱਤੀ। ਇੰਜ ਲੱਗਦਾ ਸੀ ਜਿਵੇਂ ਸਾਰੇ ਦਰਖਤ ਜ਼ਮੀਨ 'ਚੋਂ ਨਿਕਲ ਕੇ ਹਵਾਈ ਅੱਡੇ ਉੱਪਰਲੇ ਆਕਾਸ਼ 'ਚ ਉੱਡ ਗਏ ਹੋਣ। ਉਹਨਾਂ ਦੀਆਂ ਟੀਸੀਆਂ ਟੁੱਟ ਕੇ ਵੱਖ ਹੋ ਗਈਆਂ, ਫਿਰ ਜੰਮੀ ਹੋਈ ਮਿੱਟੀ ਦੇ ਢੇਲੇ ਗੂੰਜਵੀਂ ਗੜਗੜ ਨਾਲ ਹੇਠਾਂ ਜ਼ਮੀਨ 'ਤੇ ਆ ਡਿੱਗੇ ਤੇ ਹਵਾ 'ਚ ਸਿਰਫ ਭੂਰੇ ਜਿਹੇ ਤੇਜ਼ ਧੂੰਏਂ ਦੀ ਲਕੀਰ ਰਹਿ ਗਈ ਜਿਸ ਤੋਂ ਲਸਣ ਦੀ ਵਾਸ਼ਨਾ ਆ ਰਹੀ ਸੀ। ਤੇ ਜਦੋਂ ਧੂੰਆਂ ਖਿੰਡ ਗਿਆ ਤਾਂ 4 ਚੁਫੇਰੇ ਪਹਿਲਾਂ ਹੀ ਚੁੱਪ ਵਾਪਰ ਚੁੱਕੀ ਸੀ। ਹਵਾਈ ਲੜਾਈ ਦੀਆਂ ਆਵਾਜ਼ਾਂ ਜੰਗਲ ਤੋਂ ਪਿੱਛੋਂ ਕਿਤੋਂ ਮਸਾਂ ਹੀ ਸੁਣਾਈ ਦਿੰਦੀਆਂ ਸਨ। ਕੁੜੀ ਪਹਿਲਾਂ ਹੀ ਉਛਲ ਕੇ ਆਪਣੇ ਪੈਰਾਂ 'ਤੇ ਖੜੀ ਹੋ ਚੁੱਕੀ ਸੀ। ਹੁਣ ਉਹਦੀਆਂ ਗੱਲਾਂ ਪੀਲੀਆਂ ਨਹੀਂ ਸਨ, ਸਗੋਂ ਲਾਲ ਹੋ ਗਈਆਂ। ਸ਼ਰਮ ਨਾਲ ਲਾਲ ਸੂਈ ਹੁੰਦਿਆਂ ਤੇ ਰੋਣ ਲਈ ਬਿਲਕੁਲ ਤਿਆਰ ਲੱਗਦੀ ਨੇ ਆਪਣੀਆਂ ਅੱਖਾਂ ਅਲੈਕਸੀ ਤੋਂ ਦੂਰ ਰੱਖਦਿਆਂ ਉਸ ਮਾਫ਼ੀ ਮੰਗਦੇ ਅੰਦਾਜ਼ ਨਾਲ ਕਿਹਾ, ਮੈਂ ਤੁਹਾਨੂੰ ਤਕਲੀਫ ਤਾਂ ਨਹੀਂ ਪਹੁੰਚਾਈ? ਮੈਂ ਵੀ ਕਿਆ ਮੂਰਖ ਹਾਂ। ਹੇ ਪਰਮਾਤਮਾ, ਕਿਆ ਮੂਰਖ ਹਾਂ ਮੈਂ, ਮਾਫ਼ ਕਰਨਾ। ਹੁਣ ਮਾਫ਼ੀ ਮੰਗਣ ਦਾ ਕੀ ਫਾਇਦਾ? ਯੂਰਾ ਗੁਰਰਾਇਆ। ਉਹਨੂੰ ਸ਼ਰਮ ਆ ਰਹੀ ਸੀ ਕਿ ਉਹ ਆਪ ਨਹੀਂ, ਸਗੋਂ ਰੁੱਤ ਵਿਗਿਆਨਕ ਸਟੇਸ਼ਨ ਦੀ ਕੁੜੀ ਸੀ ਜਿਹੜੀ ਉਹਦੇ ਦੋਸਤ ਨੂੰ ਬਚਾਉਣ ਲਈ ਦੌੜੀ ਗਈ ਸੀ। ਬੁੜਬੁੜ ਕਰਦਿਆਂ ਉਹਨੇ ਆਪਣੇ ਓਵਰਆਲ ਤੋਂ ਮਿੱਟੀ ਝਾੜੀ, ਆਪਣੇ ਸਿਰ ਦੇ ਪਿੱਛੇ ਕਰਕੇ ਖੁਰਕਣ ਲੱਗਾ ਤੇ ਹੈਰਾਨ ਹੁੰਦਾ ਹੋਇਆ ਕੱਟੇ ਸਿਰ ਵਾਲੇ ਬਰਚੇ ਦੇ ਦਰਖਤ ਦੇ ਦੰਦੇਦਾਰ ਮੁੱਢ ਨੂੰ ਵੇਖਣ ਲੱਗਾ, ਜਿਹਦੇ ਤਣੇ ਤੋਂ ਪਾਰਦਰਸ਼ੀ ਰੱਸਾ ਕਾਫੀ ਮਾਤਰਾ 'ਚ ਸਿਮ ਰਿਹਾ ਸੀ। ਜ਼ਖਮੀ ਦਰਖਤ ਦਾ ਇਹ ਰੱਸਾ ਸੂਰਜ 'ਚ ਚਮਕਦਾ ਹੋਇਆ ਕਾਈ ਲੱਗੇ ਤਾਣੇ ਦੇ ਉੱਪਰੋਂ ਦੀ ਵਗਦਾ ਹੋਇਆ ਚੋ ਕੇ ਜ਼ਮੀਨ 'ਤੇ ਡਿੱਗ ਰਿਹਾ ਸੀ, ਸਾਫ਼ ਤੇ ਪਾਰਦਰਸ਼ੀ ਹੰਝੂਆਂ ਵਾਂਗ। ਦੇਖੋ, ਦਰਖਤ ਰੋ ਰਿਹਾ, ਲੈਨਚਕਾ ਬੋਲੀ। ਖਤਰੇ ਦੇ ਦਰਮਿਆਨ ਵੀ ਉਹਨੇ ਆਪਣੀ ਪਰਜੋਸ਼ ਉਤਸੁਕਤਾ ਕਾਇਮ ਰੱਖੀ ਸੀ। ਤੂੰ ਵੀ ਰੋਏਂਗੀ? ਯੂਰਾ ਨੇ ਗਮਗੀਨ ਜਿਹੇ ਹੋਏ ਨੇ ਜਵਾਬ ਦਿੱਤਾ। ਸੋ ਤਮਾਸ਼ਾ ਖਤਮ ਹੋਇਆ, ਚਲੋ ਚੱਲੀਏ। ਐਂਬੂਲੈਂਸ ਦਾ ਜਹਾਜ਼ ਤਾਂ ਸਾਬਤ ਏ, ਇਹਨੂੰ ਤਾਂ ਕੋਈ ਨੁਕਸਾਨ ਨਹੀਂ ਪੁੱਜਾ। ਬਸੰਤ ਕੱਟੇ ਹੋਏ ਦਰਖਤ ਦੇ ਤਣੇ ਵੱਲ ਇਸ ਤੋਂ ਵਾਕੇ ਜ਼ਮੀਨ 'ਤੇ ਡਿੱਗਦੇ ਲਿਸ਼ਕਦੇ ਪਾਰਦਰਸ਼ੀ ਰਸ ਵੱਲ ਤੇ ਆਪਣੇ ਨਾਲੋਂ ਕਿਤੇ ਵੱਡਾ ਓਵਰਕੋਟ ਪਾਈ ਚਪਟੀ ਨੱਕ ਵਾਲੀ
ਰੁੱਤ ਵਿਗਿਆਨਕ ਸਾਰਜੈਂਟ ਵੱਲ, ਜਿਹਦਾ ਉਹ ਨਾਂ ਤੱਕ ਵੀ ਨਹੀਂ ਸੀ ਜਾਣਦਾ, ਦੇਖਦਿਆਂ ਹੋਇਆ ਮਰੇਸੇਯੇ ਬੋਲਿਆ। ਜਿਸ ਵੇਲੇ ਉਹ ਤਿੰਨੇ ਜਣੇ ਅੱਗੋਂ ਯੂਰਾ ਦੇ ਮਗਰੋਂ ਦੋਵੇਂ ਕੁੜੀਆਂ ਨੂੰ ਚੁੱਕ ਕੇ ਹਵਾਈ ਜਹਾਜ਼ ਤੱਕ ਲਿਜਾ ਰਹੇ ਸਨ ਤੇ ਬੰਬਾਂ ਦੇ ਬਣਾਏ ਟੋਇਆਂ ਵਿੱਚੋਂ ਦੀ, ਜਿਨ੍ਹਾਂ ਤੋਂ ਅਜੇ ਵੀ ਧੂੰਆਂ ਨਿਕਲ ਰਿਹਾ ਸੀ, ਤੇ ਪਿਘਲਦੀ ਬਰਫ਼ ਦਾ ਪਾਣੀ ਜਿਨ੍ਹਾਂ 'ਚ ਚੋ ਕੇ ਪੈ ਰਿਹਾ ਸੀ, ਵਲਵਲੇਵੇਂ ਖਾਂਦੇ ਜਾ ਰਹੇ ਸਨ, ਤਾਂ ਅਲੈਕਸੇਈ ਨੇ ਟੇਢੀਆਂ ਅੱਖਾਂ ਨਾਲ ਛੋਟੇ ਜਿਹੇ ਮਜ਼ਬੂਤ ਹੱਥ ਨਾਲ ਦੇਖਿਆ, ਜਿਹੜਾ ਓਵਰਕੋਟ ਦੇ ਖੁਰਦਰੇ ਜਿਹੇ ਕਫ਼ ਵਿੱਚੋਂ ਬਾਹਰ ਆਇਆ ਹੋਇਆ ਸੀ, ਜਿਹਨੇ ਸਟ੍ਰੈਚਰ ਦਾ ਹੱਥ ਪੱਕੀ ਤਰ੍ਹਾਂ ਫੜਿਆ ਹੋਇਆ ਸੀ। ਇਹਨੂੰ ਗੱਲ ਕੀ ਸੀ? ਜਾ ਕੇ ਡਰ ਦੀ ਅਵਸਥਾ 'ਚ ਅਲੈਕਸੇਈ ਨੂੰ ਭਰਮ ਹੋ ਰਿਹਾ ਸੀ ਕਿ ਉਹਨੇ ਉਹ ਲਫ਼ਜ਼ ਸੁਣੇ ਹਨ। ਉਸ ਦਿਨ ਜਿਹੜਾ ਅਲੈਕਸੇਈ ਲਈ ਯਾਦਗਾਰੀ ਸੀ, ਉਹਨੇ ਇੱਕ ਹੋਰ ਘਟਨਾ ਵੀ ਦੇਖੀ। ਚਾਂਦੀ ਰੰਗਾ ਰੈੱਡ ਕਰਾਸ ਦਾ ਜਹਾਜ਼ ਤੇ ਫਲਾਈਟ ਮਕੈਨਿਕ, ਜਿਹੜਾ ਸਿਰ ਮਾਰਦਾ ਹੋਇਆ ਤੇ ਇਹ ਦੇਖਦਾ ਹੋਇਆ ਇਹਦੇ ਦੁਆਲੇ ਫਿਰ ਰਿਹਾ ਸੀ ਕਿ ਇਹਨੂੰ ਕਿਸੇ ਚਿੱਪਰ ਨਾਲ ਜਾਂ ਧਮਾਕੇ ਨਾਲ ਨੁਕਸਾਨ ਤਾਂ ਨਹੀਂ ਪੁੱਜਾ, ਪਹਿਲਾਂ ਹੀ ਦਿਸਣੇ ਸ਼ੁਰੂ ਹੋ ਚੁੱਕੇ ਸਨ। ਜਦੋਂ ਇੱਕ ਇੱਕ ਕਰਕੇ ਲੜਾਕਾ ਹਵਾਈ ਜਹਾਜ਼ ਮੁੜੇ ਤੇ ਉਤਰਨ ਲੱਗੇ, ਉਹ ਜੰਗਲ ਦੇ ਉੱਪਰੋਂ ਦੀ ਸਿੱਧੇ ਆਉਂਦੇ, ਬਿਨਾਂ ਸਧਾਰਨ ਜਹਾਜ਼ ਵਾਂਗ ਚੱਕਰ ਕੱਟਿਆਂ ਉਤਰਦੇ ਤੇ ਜੰਗਲ ਦੇ ਕਿਨਾਰੇ ਆਪੋ ਆਪਣੀਆਂ ਊਟਾਂ 'ਚ ਜਾ ਖੜੇ ਹੁੰਦੇ। ਜਲਦੀ ਆਕਾਸ਼ 'ਚ ਚੁੱਪ ਵਾਪਰ ਗਈ। ਹਵਾਈ ਅੱਡਾ ਸਾਫ਼ ਹੋ ਗਿਆ। ਜੰਗਲ 'ਚ ਇੰਜਣਾਂ ਦੀ ਗਰਜ ਖਤਮ ਹੋ ਗਈ, ਪਰ ਆਦਮੀ ਅਜੇ ਵੀ ਕਮਾਨ ਚੌਂਕੀ ਉੱਤੇ ਖੜੇ ਆਪਣੇ ਹੱਥਾਂ ਨਾਲ ਧੁੱਪ ਤੋਂ ਆਪਣੀਆਂ ਅੱਖਾਂ ਬਚਾਉਂਦੇ ਹੋਏ ਆਕਾਸ਼ ਦਾ ਨਿਰੀਖਣ ਕਰ ਰਹੇ ਸਨ। ਨੰਬਰ 9 ਅਜੇ ਨਹੀਂ ਆਇਆ। ਕੁਕੁਸ਼ਕਿਨ ਕਿਤੇ ਫਸ ਗਿਆ, ਯੂਰਾ ਬੋਲਿਆ। ਅਲੈਕਸੇਈ ਨੂੰ ਕੁਕੁਸ਼ਕਿਨ ਦਾ ਛੋਟਾ ਜਿਹਾ ਯਰਕਾਨ ਮਾਰਿਆ ਮੂੰਹ ਯਾਦ ਆਇਆ, ਜਿਸ ਉੱਤੇ ਹਮੇਸ਼ਾ ਹੀ ਅਸੰਤੋਖ ਵਸਿਆ ਰਹਿੰਦਾ ਸੀ। ਯਾਦ ਆਇਆ ਉਸ ਸਵੇਰ ਉਹਨੇ ਕਿੰਨੇ ਧਿਆਨ ਨਾਲ ਉਹਦੇ ਸਟ੍ਰੈਚਰ ਨੂੰ ਚੁੱਕਿਆ ਹੋਇਆ ਸੀ। ਕਿ ਉਹ ਸੱਚਮੁੱਚ ਤਾਂ ਨਹੀਂ? ਇਸ ਖਿਆਲ ਨੇ, ਜਿਹੜਾ ਕਿਸੇ ਪਾਇਲਟ ਲਈ ਕਿਸੇ ਸਰਗਰਮੀ ਭਰੇ ਦਿਨ ਇੰਨਾ ਸਧਾਰਨ ਹੁੰਦਾ ਹੈ, ਅੱਜ ਉਹਨੂੰ ਕੰਬਾ ਦਿੱਤਾ, ਜਦੋਂ ਕਿ ਹਵਾਈ ਅੱਡੇ ਦੇ ਜੀਵਨ ਤੋਂ ਬਾਹਰ ਸੀ। ਉਸੇ ਘੜੀ ਉਹਨਾਂ ਨੂੰ ਇੱਕ ਇੰਜਨ ਦੀ ਭਿਣਕ ਸੁਣਾਈ ਦਿੱਤੀ। ਯੂਰਾ ਖੁਸ਼ੀ ਨਾਲ ਕੂਕਦਾ ਉੱਠ ਪਿਆ। ਉਹੀ ਏ। ਕਮਾਨ ਚੌਂਕੀ ਉਹਦੇ ਉੱਪਰਲੇ ਆਦਮੀਆਂ ਵਿੱਚ ਉਤਸ਼ਾਹ ਦੌੜ ਗਿਆ। ਕੋਈ ਗੱਲ ਵਾਪਰ ਗਈ ਸੀ। ਨੰਬਰ 9 ਉਤਰ ਨਹੀਂ ਸੀ ਰਿਹਾ, ਸਗੋਂ ਹਵਾਈ ਅੱਡੇ ਉੱਤੇ ਚੌੜਾ ਚੱਕਰ ਕੱਟਣ ਲੱਗ ਪਿਆ। ਤੇ ਜਿਸ ਵੇਲੇ ਉੱਡਦਾ ਹੋਇਆ ਅਲੈਕਸੇਈ ਦੇ ਸਿਰ ਉੱਪਰੋਂ ਲੰਘਿਆ ਤਾਂ ਉਹਨੇ ਦੇਖਿਆ ਉਹਦੇ ਪਰ ਦਾ ਇੱਕ ਹਿੱਸਾ ਡਿੱਗ ਚੁੱਕਿਆ ਸੀ, ਤੇ ਜਿਹੜੀ ਚੀਜ਼ ਇਹ ਤੋਂ ਵੀ ਭੈੜੀ ਸੀ, ਇਹਦੇ ਢਾਂਚੇ ਦੇ ਹੇਠਾਂ ਸਿਰਫ ਇੱਕ ਲੱਤ ਦਿਖਾਈ ਦੇ ਰਹੀ ਸੀ। ਇੱਕ ਇੱਕ ਕਰਕੇ 2 ਲਾਲ ਰਾਕਟਾਂ ਹਵਾ 'ਚ ਉੱਡੀਆਂ। ਕੁਕੁਸ਼ਕਿਨ ਨੇ ਇੱਕ ਹੋਰ ਚੱਕਰ ਕੱਢਿਆ। ਉਹਦਾ ਹਵਾਈ ਜਹਾਜ਼ ਐਸੇ ਪੰਛੀ ਵਾਂਗ ਲੱਗ ਰਿਹਾ ਸੀ, ਜਿਹੜਾ ਆਪਣੇ ਤਬਾਹ ਹੋਏ ਆਲ੍ਹਣੇ ਉੱਤੇ ਚੱਕਰ ਕੱਟ ਰਿਹਾ ਹੋਵੇ ਤੇ ਜਿਹਨੂੰ ਪਤਾ ਨਾ ਲੱਗ ਰਿਹਾ ਹੋਵੇ ਕਿ ਉਹ ਕਿੱਥੇ ਜਾ ਕੇ ਬੈਠੇ। ਉਹਨੇ ਤੀਜਾ ਚੱਕਰ ਕੱਟਣਾ ਸ਼ੁਰੂ ਕਰ ਦਿੱਤਾ। 1 ਮਿੰਟ ਦੇ ਅੰਦਰ ਅੰਦਰ ਇੱਕ ਛਲਾਂਗ ਲਾ ਦੇਵੇਗਾ। ਇਹਦਾ ਪੈਟਰੋਲ ਖਤਮ ਹੋ ਚੁੱਕਾ ਹੈ। ਉਹ ਆਖਰੀ ਤੁਪਕੇ ਮੁਕਾ ਰਿਹਾ ਹੈ। ਯੂਰਾ ਨੇ ਘੁਸਰ ਮੁਸਰ ਕੀਤਾ। ਉਹਦੀਆਂ ਅੱਖਾਂ ਆਪਣੀ ਘੜੀ 'ਤੇ ਗੱਡੀਆਂ ਹੋਈਆਂ ਸਨ। ਇਹੋ ਜਿਹੀਆਂ ਹਾਲਤਾਂ ਵਿੱਚ ਜਦੋਂ ਉਤਰਨਾ ਅਸੰਭਵ ਹੋਵੇ ਤਾਂ ਪਾਇਲਟਾਂ ਨੂੰ ਉਚਾਈ ਉੱਤੇ ਜਾ ਕੇ ਛਲਾਂਗ ਲਾ ਦੇਣ ਦੀ ਆਗਿਆ ਹੁੰਦੀ ਹੈ। ਸ਼ਾਇਦ ਨੰਬਰ 9 ਨੂੰ ਇਸ ਤਰ੍ਹਾਂ ਕਰਨ ਦਾ ਹੁਕਮ ਪਹਿਲਾਂ ਹੀ ਮਿਲ ਚੁੱਕਾ ਹੋਵੇ, ਪਰ ਇਹ ਹੱਠ ਨਾਲ ਚੱਕਰ ਕੱਟੀ ਗਿਆ। ਯੂਰਾ ਹਵਾਈ ਜਹਾਜ਼ ਵੱਲ ਤੇ ਆਪਣੀ ਘੜੀ ਵੱਲ ਦੇਖੀ ਜਾ ਰਿਹਾ ਸੀ। ਜਦੋਂ ਉਹਨੂੰ ਲੱਗਾ ਕਿ ਇੰਜਨ ਹੌਲੀ ਹੋ ਗਿਆ ਹੈ ਤਾਂ ਚੌਕੜੀ ਮਾਰ ਕੇ ਬੈਠ ਗਿਆ ਤੇ ਆਪਣਾ ਮੂੰਹ ਦੂਜੇ ਪਾਸੇ ਮੋੜ ਲਿਆ। ਕੀ ਇਹ ਹਵਾਈ ਜਹਾਜ਼ ਨੂੰ ਬਚਾਉਣ ਦੀ ਸੋਚ ਰਿਹਾ ਹੈ? ਉੱਥੇ ਹਾਜ਼ਰ ਹਰ ਕੋਈ ਸੋਚ ਰਿਹਾ ਸੀ। ਛਲਾਂਗ ਲਾ ਵੀ ਦੇ ਛਲਾਂਗ। ਇੱਕ ਲੜਾਕਾ ਹਵਾਈ ਜਹਾਜ਼ ਜਿਹਦੀ ਪੂਛਲ ਉੱਤੇ 1 ਲਿਖਿਆ ਹੋਇਆ ਸੀ, ਹਵਾ 'ਚ ਉੱਡਿਆ। ਹੁਸ਼ਿਆਰੀ ਨਾਲ ਪਹਿਲਾਂ ਹੀ ਮੋੜ ਕੱਟਦਿਆਂ ਜ਼ਖਮੀ ਨੰਬਰ 9 ਦੇ ਨਾਲ ਹੋ ਗਿਆ। ਜਿਸ ਸ਼ਾਂਤੀ ਤੇ ਹੁਸ਼ਿਆਰੀ ਨਾਲ ਹਵਾਈ ਜਹਾਜ਼ ਉਡਾਇਆ ਜਾ ਰਿਹਾ ਸੀ, ਉਸ ਤੋਂ ਅਲੈਕਸੇਈ ਨੇ ਅੰਦਾਜ਼ਾ ਲਾ ਲਿਆ ਕਿ ਵਿੰਗ ਕਮਾਂਡਰ ਆਪ ਇਹਨੂੰ ਚਲਾ ਰਿਹਾ। ਪ੍ਰਤੱਖ ਤੌਰ 'ਤੇ ਇਹ ਫੈਸਲਾ ਕਰਦਿਆਂ ਕਿ ਕੁਕੁਸ਼ਕਿਨ ਦਾ ਰੇਡੀਓ ਸੈੱਟ ਕੰਮ ਨਹੀਂ ਕਰ ਰਿਹਾ ਜਾਂ ਪਾਇਲਟ ਦਾ ਦਿਮਾਗ ਟਿਕਾਣੇ ਨਹੀਂ ਰਿਹਾ, ਉਹ ਕਾਹਲੀ ਨਾਲ ਉਹਦੀ ਸਹਾਇਤਾ ਲਈ ਗਿਆ। ਆਪਣੇ ਪਰਾਂ ਨਾਲ ਸੰਕੇਤ ਦਿੰਦਿਆਂ, ਜਿਵੇਂ ਮੈਂ ਕਰਦਾ ਕਰੋ, ਉਹਨੇ ਹਵਾਈ ਜਹਾਜ਼ ਪਾਸੇ ਵੱਲ ਕਰ ਲਿਆ। ਉੱਚਾ ਉੱਠਣ ਲੱਗਾ। ਉਹਨੇ ਕੁਕੁਸ਼ਕਿਨ ਨੂੰ ਪਾਸੇ ਵੱਲ ਹੋਣ ਦਾ ਤੇ ਛਲਾਂਗ ਲਾਉਣ ਦਾ ਹੁਕਮ ਦਿੱਤਾ, ਪਰ ਉਸ ਘੜੀ ਕੁਕੁਸ਼ਕਿਨ ਨੇ ਆਪਣੀ ਗੈਸ ਘੱਟ ਕਰ ਦਿੱਤੀ ਤੇ ਉਤਰਨ ਲਈ ਤਿਆਰ ਹੋ ਗਿਆ। ਉਹਦਾ ਟੁੱਟੇ ਪਰ ਵਾਲਾ ਜਹਾਜ਼ ਅਲੈਕਸੇਈ ਦੇ ਸਿਰ ਦੇ ਉੱਪਰੋਂ ਦੀ ਲੰਘਿਆ, ਤੇਜ਼ੀ ਨਾਲ ਜ਼ਮੀਨ ਦੇ ਨੇੜੇ ਹੋ ਗਿਆ। ਉਹ ਇੱਕਦਮ ਖੱਬੇ ਪਾਸੇ ਨੂੰ ਹੋਇਆ, ਆਪਣੀ ਸਵਸਥ ਲੱਤ ਦੇ ਭਾਰ ਉਤਰਿਆ, ਇੱਕੋ ਪਹੀਏ ਨਾਲ ਜ਼ਰਾ ਕੁ ਦੌੜਿਆ, ਰਫ਼ਤਾਰ ਘਟਾਈ, ਸੱਜੇ ਪਾਸੇ ਨੂੰ ਝੁਕਿਆ ਤੇ ਆਪਣਾ ਠੀਕ ਪਰ ਨੂੰ ਜ਼ਮੀਨ ਨਾਲ ਲਾਉਂਦਿਆਂ ਉੱਥੇ ਹੀ ਚੱਕਰ ਕੱਟਣ ਲੱਗਾ ਤੇ ਬਰਫ਼ ਦੇ ਬੱਦਲ ਉਡਾਣ ਲੱਗਾ। ਜਦੋਂ ਬਰਫ਼ ਦੇ ਬੱਦਲ ਛਟੇ ਤਾਂ ਅਪਾਹਜ ਹੋਏ ਜਹਾਜ਼ ਦੇ ਕੋਲ ਕੋਈ ਕਾਲੀ ਜਿਹੀ ਚੀਜ਼ ਪਈ ਦਿਖਾਈ ਦਿੱਤੀ। ਆਦਮੀ ਇਸ ਕਾਲੀ ਚੀਜ਼ ਵੱਲ ਦੌੜਦੇ ਆਏ ਤੇ ਆਪਣਾ ਧੂ-ਧੂ ਵਜਾਉਂਦੀ ਇੱਕ ਐਂਬੂਲੈਂਸ ਕਾਰ ਇਸ ਵੱਲ ਦੌੜੀ। ਉਹਨੇ ਆਪਣਾ ਹਵਾਈ ਜਹਾਜ਼ ਬਚਾ ਲਿਆ।
ਸੋ ਇਸ ਤਰ੍ਹਾਂ ਦਾ ਬੰਦਾ ਹੈ ਕੁਕੂਸ਼ਕਿਨ। ਉਹਨੇ ਇਹ ਚੀਜ਼ ਕਦੋਂ ਸਿੱਖੀ ਹੈ? ਆਪਣੇ ਸਟੈਚਰ ਉੱਤੇ ਪਿਆ ਮੇਰੇ ਸੀਏ ਸੋਚ ਰਿਹਾ ਸੀ, ਉਹਨੂੰ ਆਪਣੇ ਸਾਥੀ 'ਤੇ ਰਸ਼ਕ ਆ ਰਿਹਾ ਸੀ। ਉਹਨੂੰ ਆਪਣੀ ਸਾਰੀ ਤਾਕਤ ਨਾਲ ਦੌੜ ਕੇ ਉਸ ਥਾਂ ਜਾਣ ਦੀ ਤੀਬਰ ਇੱਛਾ ਮਹਿਸੂਸ ਹੋਈ ਜਿੱਥੇ ਛੋਟਾ ਜਿਹਾ ਸਾਰਿਆਂ ਵੱਲੋਂ ਨਾ ਪਸੰਦ ਕੀਤਾ ਜਾਂਦਾ ਆਦਮੀ ਪਿਆ ਸੀ, ਜਿਹੜਾ ਇੰਨਾ ਬਹਾਦਰ ਅਤੇ ਹੁਸ਼ਿਆਰ ਪਾਇਲਟ ਸਾਬਤ ਹੋਇਆ ਸੀ। ਪਰ ਉਹ ਤਾਂ ਸਟ੍ਰੈਚਰ ਨਾਲ ਬੱਝਾ ਹੋਇਆ ਸੀ ਅਤੇ ਸਖਤ ਪੀੜ ਨੇ ਉਹਨੂੰ ਜਕੜਿਆ ਹੋਇਆ ਸੀ, ਜਿਹਨੇ ਉਹਨੂੰ ਮੁੜ ਦਬਾ ਲਿਆ ਸੀ ਜਿਉਂ ਹੀ ਤੰਤੂ ਤਣਾਅ ਢਿੱਲਾ ਪਿਆ ਸੀ। ਇਹ ਸਾਰੀਆਂ ਘਟਨਾਵਾਂ 1 ਘੰਟੇ ਤੋਂ ਵੀ ਘੱਟ ਸਮੇਂ 'ਚ ਵਾਪਰੀਆਂ, ਪਰ ਇਹ ਇੰਨੀਆਂ ਜ਼ਿਆਦਾ ਸਨ ਕਿ ਅਲੈਕਸੀ ਇੱਕਦਮ ਆਪਣੇ ਮਨ 'ਚ ਉਹਨਾਂ ਦਾ ਵਿਸ਼ਲੇਸ਼ਣ ਨਾ ਕਰ ਸਕਿਆ। ਜਦੋਂ ਉਹਦੇ ਸਟ੍ਰੈਚਰ ਨੂੰ ਰੈੱਡ ਕਰਾਸ ਵਾਲੇ ਹਵਾਈ ਜਹਾਜ਼ ਵਿਚਲੀਆਂ ਵਿਸ਼ੇਸ਼ ਖੋੜਾਂ 'ਚ ਫਿੱਟ ਕਰ ਦਿੱਤਾ ਗਿਆ, ਜਦੋਂ ਉਹਦਾ ਰੁੱਤ ਵਿਗਿਆਨਕ ਸਾਰਜੈਂਟ ਦੀ ਗੱਡੀ ਹੋਈ ਨਜ਼ਰ ਵੱਲ ਧਿਆਨ ਗਿਆ, ਸਿਰਫ ਉਦੋਂ ਕਿਤੇ ਜਾ ਕੇ ਉਹਨੂੰ ਉਹਨਾਂ ਲਫ਼ਜ਼ਾਂ ਦੀ ਅਹਿਮੀਅਤ ਦਾ ਪਤਾ ਲੱਗਾ ਜਿਹੜੇ ਬੰਬਾਰੀ ਦੇ ਦੌਰਾਨ ਕੁੜੀ ਦੇ ਪੀਲੇ ਪਏ ਹੋਏ ਬੁੱਲ੍ਹਾਂ ਵਿੱਚੋਂ ਨਿਕਲ ਗਏ ਸਨ। ਉਹਨੂੰ ਇਹ ਸੋਚ ਕੇ ਸ਼ਰਮ ਆਈ ਕਿ ਉਹਨੂੰ ਇੰਨੀ ਚੰਗੀ ਆਪਾਵਾਰੂ ਕੁੜੀ ਦੇ ਨਾਂ ਦਾ ਵੀ ਨਹੀਂ ਸੀ ਪਤਾ। ਸਾਥੀ ਸਾਰਜੈਂਟ, ਉਹਨੇ ਕਿਰਤੱਗ ਅੱਖਾਂ ਨਾਲ ਉਸ ਵੱਲ ਦੇਖਦਿਆਂ ਹੌਲੀ ਜਿਹੀ ਕਿਹਾ। ਪਤਾ ਨਹੀਂ ਇੰਜਨ ਦੀ ਗਰਜ ਵਿੱਚ ਉਹਦੀ ਆਵਾਜ਼ ਕੁੜੀ ਤੱਕ ਪਹੁੰਚੀ ਜਾਂ ਨਾ, ਪਰ ਉਹ ਅੱਗੇ ਆਈ ਅਤੇ ਇੱਕ ਛੋਟਾ ਜਿਹਾ ਪੈਕੇਟ ਉਸ ਵੱਲ ਵਧਾਉਂਦੀ ਬੋਲੀ, ਸਾਥੀ ਸੀਨੀਅਰ ਲੈਫਟੀਨੈਂਟ, ਇਹ ਚਿੱਠੀਆਂ ਤੁਹਾਡੇ ਲਈ ਨੇ। ਮੈਂ ਇਹਨਾਂ ਨੂੰ ਸਾਂਭ ਕੇ ਰੱਖ ਛੱਡਿਆ ਸੀ ਕਿਉਂਕਿ ਮੈਨੂੰ ਪਤਾ ਸੀ ਤੁਸੀਂ ਜਿਉਂਦੇ ਹੋ ਅਤੇ ਤੁਸੀਂ ਮੁੜ ਆਓਗੇ। ਮੈਨੂੰ ਪਤਾ ਸੀ, ਮੈਂ ਮਹਿਸੂਸ ਕਰਦੀ ਸੀ। ਉਹਨੇ ਛੋਟਾ ਜਿਹਾ ਪੈਕੇਟ ਉਹਦੀ ਛਾਤੀ 'ਤੇ ਰੱਖ ਦਿੱਤਾ। ਉਹਨਾਂ 'ਚੋਂ ਕਈ ਉਹਨੂੰ ਆਪਣੀ ਮਾਂ ਦੀਆਂ ਚਿੱਠੀਆਂ ਦਿਖਾਈ ਦਿੱਤੀਆਂ, ਤਿਕੋਨਾਂ ਵਿੱਚ ਭੰਨੀਆਂ ਹੋਈਆਂ ਅਤੇ ਵਿੰਗ ਤੜਿੰਗੀ ਬੁੱਢੇ ਹੱਥਾਂ ਦੀ ਲਿਖਤ ਵਿੱਚ ਸਿਰਨਾਮਾ ਕੀਤਾ ਹੋਇਆ, ਅਤੇ ਕੁਝ ਚਿੱਠੀਆਂ ਜਾਣੇ ਪਛਾਣੇ ਲਿਫਾਫਿਆਂ ਵਿੱਚ ਸਨ, ਜਿਸ ਤਰ੍ਹਾਂ ਦੇ ਉਹ ਹਮੇਸ਼ਾ ਆਪਣੀ ਜੇਬ 'ਚ ਰੱਖਦਾ ਹੁੰਦਾ ਸੀ। ਉਹਦਾ ਚਿਹਰਾ ਖਿੜ ਗਿਆ ਜਦੋਂ ਉਹਨੇ ਉਹ ਚਿੱਠੀਆਂ ਦੇਖੀਆਂ ਅਤੇ ਉਹਨੇ ਕੰਬਲ 'ਚੋਂ ਆਪਣਾ ਹੱਥ ਕੱਢਣ ਲਈ ਹਿਲਜੁਲ ਕੀਤੀ। ਇਹ ਕਿਸੇ ਕੁੜੀ ਵੱਲੋਂ ਨੇ। ਰੁੱਤ ਵਿਗਿਆਨਕ ਸਾਰਜੈਂਟ ਨੇ ਉਦਾਸੀ 'ਚ ਮੁੜ ਸ਼ਰਮ ਨਾਲ ਲਾਲ ਸੂਈ ਹੁੰਦਿਆਂ ਪੁੱਛਿਆ, ਜਦ ਕਿ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ ਅਤੇ ਉਹਨਾਂ ਨੇ ਉਹਦੀਆਂ ਲੰਮੀਆਂ ਕਹਿ ਰੰਗੀਆਂ ਚਿਮਣੀਆਂ ਨੂੰ ਜੋੜ ਦਿੱਤਾ। ਮਾਰਸੇਯੇਵ ਨੇ ਸਮਝ ਲਿਆ ਕਿ ਵਿਸਫੋਟਾਂ ਦੇ ਦੌਰਾਨ ਕਹੇ ਗਏ ਉਹਨਾਂ ਲਫ਼ਜ਼ਾਂ ਦੀ ਉਹਨੇ ਕਲਪਨਾ ਨਹੀਂ ਸੀ ਕੀਤੀ, ਅਤੇ ਇਹ ਸਮਝ ਜਾਣ ਪਿੱਛੋਂ ਸੱਚ ਦੱਸਣ ਦੀ ਉਹਦੀ ਹਿੰਮਤ ਨਾ ਪਈ। ਮੇਰੀ ਵਿਆਹੀ ਭੈਣ ਵੱਲੋਂ। ਹੁਣ ਉਹਦਾ ਪਰਿਵਾਰਿਕ ਨਾਂ ਦੂਸਰਾ ਹੈ, ਉਹਨੇ ਆਪਣੇ ਆਪ ਨਾਲ ਘਿਣ ਮਹਿਸੂਸ ਕਰਦਿਆਂ ਜਵਾਬ ਦਿੱਤਾ। ਇੰਜਨ ਦੀ ਗਰਜ ਥਾਣੀ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਪਾਸੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਇੱਕ ਸਰਜਨ, ਇੱਕ ਉਪਰਾ ਆਦਮੀ ਜਿਹਨੇ ਆਪਣੇ ਓਵਰਕੋਟ ਉੱਤੇ ਚਿੱਟਾ ਚੋਗਾ ਪਾਇਆ ਸੀ, ਹਵਾਈ ਜਹਾਜ਼ 'ਚ ਆ ਚੜ੍ਹਿਆ। ਇੱਕ ਮਰੀਜ਼ ਪਹਿਲਾਂ ਹੀ ਆ ਚੁੱਕਾ ਹੈ, ਉਹਨੇ ਮੇਰੇ ਸੇਯੇਵ ਨਾਲ ਵੱਲ ਦੇਖਦਿਆਂ ਪੁੱਛਿਆ। ਬਹੁਤ ਖੂਬ, ਦੂਜੇ ਨੂੰ ਵੀ ਲਿਆਓ। ਅਸੀਂ 1 ਮਿੰਟ ਦੇ ਅੰਦਰ ਅੰਦਰ ਉੱਡ ਪਵਾਂਗੇ। ਅਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਡਮ? ਉਹਨੇ ਭਾਫ ਨਾਲ ਮੱਧਮ ਪੈ ਚੁੱਕੀਆਂ ਐਨਕਾਂ ਦੇ ਵਿੱਚੋਂ ਦੀ ਰੁੱਤ ਵਿਗਿਆਨਕ ਸਾਰਜੈਂਟ ਵੱਲ ਦੇਖਦਿਆਂ ਪੁੱਛਿਆ, ਜਿਹੜੀ ਯੂਰਾ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਸੀ। ਜਾਓ, ਕਿਰਪਾ ਕਰਕੇ, ਅਸੀਂ ਹੋਰ 1 ਮਿੰਟ ਨੂੰ ਉੱਡ ਜਾਵਾਂਗੇ। ਹੇ, ਸਟ੍ਰੈਚਰ ਅੰਦਰ ਲੈ ਆਓ। ਚਿੱਠੀ ਲਿਖਣਾ? ਰੱਬ ਦੇ ਵਾਸਤੇ ਚਿੱਠੀ ਲਿਖਣਾ, ਮੈਂ ਉਡੀਕ ਕਰਾਂਗੀ, ਅਲੈਕਸੀ ਨੇ ਕੁੜੀ ਨੂੰ ਕੰਨ 'ਚ ਕਹਿੰਦਿਆਂ ਸੁਣਿਆ। ਯੂਰਾ ਦੀ ਸਹਾਇਤਾ ਨਾਲ ਸਰਜਨ ਨੇ ਇੱਕ ਸਟ੍ਰੈਚਰ ਹਵਾਈ ਜਹਾਜ਼ ਉੱਪਰ ਚੜ੍ਹਾਇਆ, ਜਿਸ ਉੱਤੇ ਕੋਈ ਹੌਲੀ ਹੌਲੀ ਕਰਾ ਰਿਹਾ ਸੀ। ਜਦੋਂ ਉਹਨੂੰ ਖੋੜਾ 'ਚ ਫਿੱਟ ਕੀਤਾ ਜਾ ਰਿਹਾ ਸੀ ਤਾਂ ਜਿਸ ਚਾਦਰ ਨਾਲ ਇਹਨੂੰ ਢਕਿਆ ਗਿਆ ਸੀ ਉਹ ਹੇਠਾਂ ਖਿਸਕ ਗਈ ਅਤੇ ਮਾਰਸੇਯੇਵ ਨੂੰ ਕੁਕੂਸ਼ਕਿਨ ਦਾ ਚਿਹਰਾ ਦਿਖਾਈ ਦਿੱਤਾ, ਜਿਹੜਾ ਪੀੜ ਨਾਲ ਵਿੰਗਾ ਹੋਇਆ ਪਿਆ ਸੀ। ਸਰਜਨ ਨੇ ਆਪਣੇ ਹੱਥ ਮਲੇ ਕੈਬਨ 'ਚ ਚਾਰੇ ਪਾਸੇ ਦੇਖਿਆ। ਮਾਰਸੇਯੇਵ ਨੂੰ ਢਿੱਡ ਉੱਪਰ ਥਾਪੜਦਾ ਬੋਲਿਆ, ਬਹੁਤ ਚੰਗਾ, ਸ਼ਾਨਦਾਰ। ਤੇਰੇ ਸਾਥ ਲਈ ਇੱਕ ਹੋਰ ਸਵਾਰੀ ਹੈ ਨੌਜਵਾਨ, ਤਾਂ ਕਿ ਰਾਹ 'ਚ ਬੋਰ ਨਾ ਹੋਵੇ। ਹੈਂ? ਅਤੇ ਹੁਣ ਜਿਹੜੇ ਨਾਲ ਨਹੀਂ ਜਾ ਰਹੇ ਉਹ ਸਾਰੇ ਕਿਰਪਾ ਕਰਕੇ ਜਹਾਜ਼ ਤੋਂ ਉਤਰ ਜਾਣ। ਸੋ ਸਾਰਜੈਂਟ ਦੇ ਬਿੱਲੇ ਵਾਲੀ ਉਹ ਲਾਰੇ ਲਈ ਲੋਪ ਹੋ ਗਈ ਕਿ ਨਹੀਂ? ਬਹੁਤ ਖੂਬ, ਸੋ ਚਲੋ ਚੱਲੀਏ। ਯੂਰਾ ਹਿਚਕਚਾ ਰਿਹਾ ਸੀ। ਸਰਜਨ ਨੇ ਉਹਨੂੰ ਫੜ ਕੇ ਬਾਹਰ ਕਰ ਦਿੱਤਾ। ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਹਵਾਈ ਜਹਾਜ਼ ਕੰਬਣ ਲੱਗਾ, ਤੁਰ ਪਿਆ, ਜ਼ਮੀਨ ਤੋਂ ਉੱਠਿਆ ਅਤੇ ਚੁੱਪਚਾਪ ਇਕਸਾਰ ਇੰਜਣਾਂ ਦੀ ਬਾਕਾਇਦਾ ਧੜਕਣ ਦੇ ਸਾਥ ਵਿੱਚ ਆਪਣੇ ਜਵੰਦਰੂ ਸੁਭਾਅ ਨਾਲ ਉੱਚਾ ਚੜ੍ਹ ਗਿਆ। ਕੰਧ ਦਾ ਆਸਰਾ ਲੈਂਦਾ ਹੋਇਆ ਸਰਜਨ ਮਾਰਸੇਯੇਵ ਤੱਕ ਆਇਆ। ਕੀ ਹਾਲ ਹੈ? ਉਹਨੇ ਪੁੱਛਿਆ। ਲਿਆਓ ਜ਼ਰਾ ਨਬਜ਼ ਦੇਖਾਂ। ਉਹਨੇ ਘੋਖਵੀਂ ਤਰ੍ਹਾਂ ਨਾਲ ਮਾਰਸੇਯੇਵ ਵੱਲ ਦੇਖਿਆ, ਸਿਰ ਹਿਲਾਇਆ ਅਤੇ ਬੁੜਬੁੜਾਇਆ, ਤਗੜਾ ਆਚਰਣ ਹੈ। ਅਤੇ ਫਿਰ ਮਾਰਸੇਯੇਵ ਨੂੰ ਸੰਬੋਧਨ ਕਰਦਾ ਬੋਲਿਆ, ਤੁਹਾਡੇ ਮਾਰਗਿਆਂ ਬਾਰੇ ਤੁਹਾਡੇ ਦੋਸਤ ਐਸੀਆਂ ਕਹਾਣੀਆਂ ਸੁਣਾਉਂਦੇ ਨੇ ਜਿਨ੍ਹਾਂ ਉੱਤੇ ਬਿਲਕੁਲ ਯਕੀਨ ਨਹੀਂ ਆਉਂਦਾ, ਬਿਲਕੁਲ ਜੈਕ ਲੰਡਨ ਦੀਆਂ ਕਹਾਣੀਆਂ ਵਾਂਗ। ਉਹ ਆਪਣੀ ਸੀਟ 'ਚ ਢਹਿ ਪਿਆ, ਵਧੇਰੇ ਆਰਾਮ ਨਾਲ ਬੈਠ ਗਿਆ, ਇੱਕਦਮ ਢਿੱਲਾ ਪੈ ਗਿਆ ਅਤੇ ਉਂਗਲਾਉਣ ਲੱਗਾ।
ਪ੍ਰਤੱਖ ਸੀ ਕਿ ਪੀਲੇ ਪਏ ਚਿਹਰੇ ਵਾਲਾ ਆਦਮੀ, ਜਿਹੜਾ ਹੁਣ ਜਵਾਨ ਨਹੀਂ ਸੀ ਰਿਹਾ, ਸਖਤ ਥੱਕਿਆ ਹੋਇਆ ਸੀ। ਜੈਕ ਲੰਡਨ ਦੀਆਂ ਕਹਾਣੀਆਂ ਵਾਂਗ ਮਿਰਸੇਯੇਵ ਸੋਚਣ ਲੱਗਾ ਤੇ ਉਹਨੂੰ ਆਪਣੇ ਬਚਪਨ ਦੀ ਇੱਕ ਬੜੀ ਦੇਰ ਦੀ ਯਾਦ ਆ ਗਈ। ਕੱਕਰ ਨਾਲ ਜੰਮੀਆਂ ਲੱਤਾਂ ਵਾਲੇ ਆਦਮੀ ਦੀ ਕਹਾਣੀ, ਜਿਹੜਾ ਮਾਰੂਥਲ ਵਿੱਚੋਂ ਦੀ ਰੀਂਗ ਰਿਹਾ ਤੇ ਜਿਸ ਦੇ ਮਗਰ ਇੱਕ ਬਿਮਾਰ ਤੇ ਭੁੱਖਾ ਭੇੜੀਆ ਲੱਗਾ ਹੋਇਆ। ਇੰਜਣਾਂ ਦੀ ਇਕਸਾਰ ਭਿਣਕਵੀਂ ਆਵਾਜ਼ ਦੀ ਲੋਰੀ ਨਾਲ ਸਭ ਕੁਝ ਤਰਨ ਲੱਗ ਪਿਆ, ਆਪਣੀ ਆਕਾਰ ਰੇਖਾ ਗੁਆਉਣ ਲੱਗ ਪਿਆ, ਦੂਧੀਆ ਜਿਹੇ ਹਨੇਰੇ 'ਚ ਘੁਲਣ ਲੱਗ ਪਿਆ। ਸੌਣ ਤੋਂ ਪਹਿਲਾਂ ਆਖਰੀ ਅਜੀਬ ਖਿਆਲ ਜਿਹੜਾ ਅਲੈਕਸਈ ਦੇ ਮਨ 'ਚ ਆਇਆ ਉਹ ਇਹ ਸੀ ਕਿ ਕੋਈ ਜੰਗ, ਕੋਈ ਬੰਬਾਰੀ ਨਹੀਂ, ਪੈਰਾਂ 'ਚ ਕੋਈ ਲਗਾਤਾਰ ਕੁਤਰਵੀਂ ਪੀੜ ਨਹੀਂ ਹੋ ਰਹੀ, ਕੋਈ ਹਵਾਈ ਜਹਾਜ਼ ਨਹੀਂ ਜਿਹੜਾ ਮਾਸਕੋ ਵੱਲ ਉੱਡਦਾ ਜਾ ਰਿਹਾ ਹੋਵੇ, ਕਿ ਉਹ ਸਾਰਾ ਕੁਝ ਕਿਸੇ ਅਦਭੁਤ ਕਿਤਾਬ ਵਿੱਚ ਸੀ ਜਿਹੜੀ ਉਹਨੇ ਦੂਰ ਦੁਰਾਡੇ ਦੇ ਸ਼ਹਿਰ ਕਮਿਸ਼ਨ ਵਿੱਚ ਆਪਣੇ ਬਚਪਨ 'ਚ ਕਦੀ ਪੜ੍ਹੀ ਸੀ। ਪਹਿਲਾ ਭਾਗ ਇੱਥੇ ਸਮਾਪਤ ਹੈ। ਧੰਨਵਾਦ।